ਗੁੱਡ ਮਾਰਨਿੰਗ ਸਟੂਡੈਂਟਸ ਆਪਾਂ ਕਰ ਰਹੇ ਸੀ ਨੈਸ਼ਨਲ ਇਨਕਮ ਦੇ ਅੰਡਰ ਆਪਾਂ ਕੱਲ ਕੀਤਾ ਸੀ ਫੈਕਟਰ ਕੋਸਟ, ਮਾਰਕੀਟ ਪ੍ਰਾਈਸ, ਗ੍ਰੋਸ, ਠੀਕ ਹੈ, ਐਂਡ ਨੈਟ ਵੈਲਿਊ। ਗ੍ਰੋਸ ਵੈਲਿਊ ਕੀਤੀ ਸੀ ਤੇ ਨੈਟ ਵੈਲਿਊ। ਗ੍ਰੋਸ ਵੈਲਿਊ ਨੂੰ ਆਪਾਂ ਕੀ ਬੋਲ ਦਿੰਦੇ ਸੀ? ਪਰਚੇਜ਼ਿੰਗ ਪਾਵਰ, ਠੀਕ ਹੈ। ਇਹਨੂੰ ਕੀ ਬੋਲ ਦਿੰਦੇ ਸੀ? ਆਪਣੀ ਪਾਵਰ ਲਿਖੀ ਨੇ, ਪਰਚੇਜ਼ਿੰਗ ਵੈਲਿਊ। ਜਿਹੜੀ ਨੈਟ ਵੈਲਿਊ ਹੁੰਦੀ ਸੀ ਇਹਨੂੰ ਆਪਾਂ ਬੋਲ ਦਿੰਦੇ ਸੀ ਐਕਚੁਅਲ ਵੈਲਿਊ, ਠੀਕ ਹੈ। ਇਹ ਆਪਾਂ ਕੱਲ ਕਲੀਅਰ ਕੀਤਾ ਸੀ। ਕਲੀਅਰ ਹੈ ਸਾਰਿਆਂ ਨੂੰ? ਫਿਰ ਵੀ ਆਪਾਂ ਛੋਟਾ ਜਿਹਾ ਟੇਬਲ ਬਣਾ ਕੇ ਮੈਂ ਤੁਹਾਨੂੰ ਦੁਬਾਰਾ ਫਿਰ ਕਲੀਅਰ ਕਰ ਦਿੰਦੀ ਹਾਂ ਜੇ ਕਿਸੇ ਨੂੰ ਕੋਈ ਐਨੀ ਡਾਊਟ ਹੈ। ਹਾਂਜੀ, ਜਿਵੇਂ ਆਪਣੇ ਸਪੋਜ਼ ਜੇ ਆਪਣੇ ਕੋਲ ਫੈਕਟਰ ਕੋਸਟ ਹੈ ਤੇ ਇੱਕ ਪਾਸੇ ਆਪਣੇ ਕੋਲ ਕੀ ਹੈ? ਮਾਰਕੀਟ ਪ੍ਰਾਈਸ ਹੈ, ਠੀਕ ਹੈ। ਜੇ ਤਾਂ ਆਪਾਂ ਫੈਕਟਰ ਤੋਂ ਮਾਰਕੀਟ ਜਾਣਾ ਹੈ ਤਾਂ ਨੈਟ ਇਨਡਾਇਰੈਕਟ ਟੈਕਸਿਸ ਕੀ ਹੋ ਜਾਣਗੇ? ਪਲੱਸ। ਕਲੀਅਰ? ਜੇਕਰ ਫੈਕਟਰ ਤੋਂ ਮਾਰਕੀਟ ਪ੍ਰਾਈਸ ਜਾਣਾ ਹੈ ਤਾਂ ਨੈਟ ਇਨਡਾਇਰੈਕਟ ਟੈਕਸਿਸ ਨੂੰ ਆਪਾਂ ਕੀ ਕਰ ਦਾਂਗੇ? ਪਲੱਸ। ਨੈਟ ਇਨਡਾਇਰੈਕਟ ਟੈਕਸਿਸ ਕਿਵੇਂ ਨਿਕਲਦਾ ਵੈ? ਕੱਲ ਦੱਸਿਆ ਸੀ, ਇਨਡਾਇਰੈਕਟ ਟੈਕਸਿਸ ਮਾਈਨਸ ਸਬਸਿਡੀਜ਼। ਕਲੀਅਰ? ਹੁਣ ਇਸੇ ਤਰ੍ਹਾਂ ਹੀ ਇਹ ਤਾਂ ਸੀ ਜੇ ਫੈਕਟਰ ਕੋਸਟ ਤੋਂ ਮਾਰਕੀਟ ਪ੍ਰਾਈਸ ਜਾਣਾ ਹੈ ਤਾਂ ਆਪਾਂ ਨੈਟ ਇਨਡਾਇਰੈਕਟ ਟੈਕਸਿਸ ਪਲੱਸ ਕਰ ਦਾਂਗੇ, ਕਿਉਂਕਿ ਨੈਚੁਰਲੀ ਗੱਲ ਹੈ ਜਦੋਂ ਆਪਾਂ ਮਾਰਕੀਟ ਦੇ ਵਿੱਚ ਆ ਰਹੇ ਤਾਂ ਟੈਕਸਿਸ ਐਡ ਹੋ ਜਾਣਗੇ। ਜੇ ਵਾਪਸ ਹੀ ਆਪਾਂ ਉੱਥੇ ਜਾਣਾ ਹੈ, ਜੇ ਮਾਰਕੀਟ ਪ੍ਰਾਈਸ ਤੋਂ ਫੈਕਟਰ ਕੋਸਟ 'ਤੇ ਵਾਪਸ ਜਾ ਰਹੇ ਹਾਂ ਤਾਂ ਆਪਾਂ ਨੈਟ ਇਨਡਾਇਰੈਕਟ ਟੈਕਸਿਸ ਨੂੰ ਕੀ ਕਰ ਦਾਂਗੇ? ਮਾਈਨਸ ਕਰ ਦਾਂਗੇ। ਕਲੀਅਰ? ਠੀਕ ਹੈ। ਕੱਲ ਆਪਾਂ ਇੱਕ ਕੀਤਾ ਸੀ ਗ੍ਰੋਸ ਵੈਲਿਊ, ਇੱਕ ਪਾਸੇ ਸੀ ਆਪਣੀ ਨੈਟ ਵੈਲਿਊ। ਜੇਕਰ ਗ੍ਰੋਸ ਤੋਂ ਨੈਟ ਜਾਣਾ ਹੈ, ਨੈਟ ਵੈਲਿਊ 'ਤੇ ਜਾਣਾ ਹੈ ਤਾਂ ਡੈਪਰੀਸੀਏਸ਼ਨ ਨੂੰ ਕੀ ਕਰ ਦਾਂਗੇ? ਮਾਈਨਸ ਕਰ ਦਾਂਗੇ। ਜੇ ਨੈਟ ਵੈਲਿਊ ਤੋਂ ਗ੍ਰੋਸ ਆਣਾ ਹੈ ਤਾਂ ਡੈਪਰੀਸੀਏਸ਼ਨ ਕੀ ਕਰ ਦਾਂਗੇ? ਪਲੱਸ ਕਰ ਦਾਂਗੇ। ਕਲੀਅਰ? ਗ੍ਰੋਸ ਤੋਂ ਜੇਕਰ ਨੈਟ ਦਾ ਮਤਲਬ ਹੁੰਦਾ ਕਿ ਐਕਚੁਅਲ ਦੇ ਵਿੱਚ ਕਿਸੇ ਚੀਜ਼ ਦੀ ਕਿੰਨੀ ਵੈਲਿਊ ਹੈ। ਗ੍ਰੋਸ ਦੇ ਵਿੱਚ ਹਮੇਸ਼ਾ ਡੈਪਰੀਸੀਏਸ਼ਨ ਐਡ ਹੁੰਦਾ ਵੈ, ਨੈਟ ਦੇ ਵਿੱਚ ਡੈਪਰੀਸੀਏਸ਼ਨ ਐਡ ਨਹੀਂ ਹੁੰਦਾ, ਠੀਕ ਹੈ। ਇਹ ਸੀ ਤੁਹਾਡਾ। ਹੁਣ ਅੱਜ ਆਪਾਂ ਕਰਾਂਗੇ ਡੋਮੈਸਟਿਕ ਇਨਕਮ, ਇੱਕ ਪਾਸੇ ਕਰਾਂਗੇ ਆਪਾਂ ਨੈਸ਼ਨਲ ਇਨਕਮ, ਠੀਕ ਹੈ। ਡੋਮੈਸਟਿਕ ਇਨਕਮ ਐਂਡ ਨੈਸ਼ਨਲ ਇਨਕਮ, ਹੁਣ ਦੋਵਾਂ ਦੇ ਵਿੱਚ ਕੀ ਡਿਫਰੈਂਸਿਸ ਹੈ? ਡੋਮੈਸਟਿਕ ਇਨਕਮ ਦੇ ਵਿੱਚ ਆਪਾਂ ਸਿਰਫ ਉਹੀ ਇਨਕਮ ਇੰਕਲੂਡ ਕਰਾਂਗੇ ਜੋ ਆਪਣੇ ਦੇਸ਼ ਦੀ ਹੈ, ਜੋ ਕਿ ਆਪਾਂ ਆਪਣੀ ਕੰਟਰੀ ਦੇ ਅੰਡਰ ਆਪਣੇ ਜਿਹੜੇ ਰੈਜ਼ੀਡੈਂਟ ਹੈ ਉਹਨਾਂ ਦੇ ਦੁਆਰਾ ਅਰਨ ਕੀਤੀ ਜਾ ਰਹੀ ਹੈ। ਨੈਸ਼ਨਲ ਇਨਕਮ ਦੇ ਵਿੱਚ ਉਹ ਇਨਕਮ ਵੀ ਆ ਜਾਏਗੀ ਜੋ ਕਿ ਆਪਾਂ ਰੈਸਟ ਆਫ ਦਾ ਵਰਲਡ ਯਾਨੀ ਕਿ ਵਿਦੇਸ਼ਾਂ ਤੋਂ ਵੀ ਲੈ ਰਹੇ ਹਾਂ, ਯਾਨੀ ਕਿ ਆਪਣੇ ਸਿਟੀਜ਼ਨ ਨੇ ਜੋ ਵਿਦੇਸ਼ਾਂ ਦੇ ਵਿੱਚ ਜਾ ਕੇ ਕੰਮ ਕਰ ਰਹੇ ਨੇ, ਪੈਸਾ ਤਾਂ ਉਹ ਆਪਣਾ ਹੀ ਹੋਇਆ ਨਾ ਕਿ ਆਪਣੇ ਸਿਟੀਜ਼ਨ ਨੇ ਜੋ ਆਪਣੇ ਦੇਸ਼ ਦੇ ਵਿੱਚ ਭੇਜ ਰਹੇ ਨੇ, ਜਾਂ ਵਿਦੇਸ਼ਾਂ ਦੇ ਵਿੱਚ ਜਿਹੜੀਆਂ ਆਪਣੀ ਇੰਡੀਅਨ ਕੰਪਨੀਜ਼ ਹੁੰਦੀਆਂ ਨੇ ਉਹ ਜਿਹੜੀ ਇਨਕਮ ਅਰਨ ਕਰ ਰਹੇ ਨੇ ਉਹ ਵੀ ਤਾਂ ਆਪਣੀ ਇਨਕਮ ਦੇ ਵਿੱਚ ਹੀ ਐਡ ਹੋਏਗੀ ਨਾ। ਪਰ ਯਾਦ ਰੱਖਣਾ, ਮੈਂ ਨੈਸ਼ਨਲ ਇਨਕਮ ਮਤਲਬ ਕਿ ਜਿਹੜੀ ਅਬਰੋਡ ਦੀ ਜਿਹੜੀ ਇਨਕਮ ਹੈ, ਉੱਥੋਂ ਦੇ ਜਿਹੜੇ ਰੈਜ਼ੀਡੈਂਟ ਨੇ, ਉੱਥੋਂ ਦੇ ਜਿਹੜੇ ਕੰਪਨੀਜ਼ ਨੇ, ਉਹ ਇਨਕਮ ਤਾਂ ਅਬਰੋਡ ਦੀ ਹੈ, ਲੇਕਿਨ ਜਿਹੜੇ ਆਪਣੇ ਇੰਡੀਅਨ ਸਿਟੀਜ਼ਨ ਨੇ, ਆਪਣੇ ਇੰਡੀਅਨ ਦੇ ਰੈਜ਼ੀਡੈਂਟਸ ਨੇ, ਉਹ ਫੋਰਨਰ ਦੇ ਵਿੱਚ ਰਹਿ ਕੇ ਕੰਮ ਕਰ ਰਹੇ ਨੇ, ਲੇਕਿਨ ਕੰਮ ਕਿਹਦੇ ਲਈ ਕਰ ਰਹੇ ਨੇ? ਆਪਣੇ ਇੰਡੀਅਨ ਲਈ। ਤਾਂ ਉਹ ਆਪਣੀ ਇਨਕਮ ਕਿਹਦੇ ਵਿੱਚ ਇੰਕਲੂਡ ਹੋਏਗੀ? ਆਪਣੀ ਨੈਸ਼ਨਲ ਇਨਕਮ ਦੇ ਵਿੱਚ। ਕਲੀਅਰ? ਤਾਂ ਇਹ ਹੁੰਦੀ ਹੈ ਡੋਮੈਸਟਿਕ ਇਨਕਮ ਐਂਡ ਨੈਸ਼ਨਲ ਇਨਕਮ। ਹੁਣ ਤਾਂ ਪਤਾ ਲੱਗ ਜਾਏਗਾ ਨਾ। ਤਾਂ ਜੇਕਰ ਆਪਾਂ ਡੋਮੈਸਟਿਕ ਇਨਕਮ ਆਪਾਂ ਨੂੰ ਪਤਾ ਹੈ ਲੇਕਿਨ ਆਪਾਂ ਨੈਸ਼ਨਲ ਇਨਕਮ ਕੱਢਣੀ ਹੈ, ਡੋਮੈਸਟਿਕ ਇਨਕਮ ਆਪਣੇ ਦੇਸ਼ ਦੀ ਇਨਕਮ ਹੋ ਗਈ ਤੇ ਨੈਸ਼ਨਲ ਇਨਕਮ ਦੇ ਵਿੱਚ ਕੀ ਆ ਜਾਂਦਾ? ਨੈਸ਼ਨਲ ਇਨਕਮ ਕਿੰਦਾ ਪਲੱਸ ਹੁੰਦਾ ਵੈ? ਆਪਣੀ ਇਨਕਮ ਤੇ ਵਿਦੇਸ਼ਾਂ ਤੋਂ ਪ੍ਰਾਪਤ ਇਨਕਮ, ਯਾਨੀ ਕਿ ਨੈਟ ਫੈਕਟਰ ਇਨਕਮ ਫਰੋਮ ਅਬਰੋਡ। ਪੂਰਾ ਨਾਮ ਕੀ ਹੈ ਇਹਦਾ? ਨੈਟ ਫੈਕਟਰ ਇਨਕਮ ਫਰੋਮ ਅਬਰੋਡ। ਕੀ ਲਿਖਿਆ ਹੋਏਗਾ ਇਹ? ਯਾਨੀ ਕਿ ਆਪਣੇ ਦੇਸ਼ ਦੇ ਇਨਕਮ ਦੇ ਵਿੱਚ ਜੇਕਰ ਆਪਾਂ ਜਿਹੜੀ ਵਿਦੇਸ਼ਾਂ ਤੋਂ ਇਨਕਮ ਕਮਾ ਰਹੇ ਹਾਂ ਜੇ ਆਪਾਂ ਉਹਨੂੰ ਜੋੜ ਦਾਂਗੇ ਤਾਂ ਕੀ ਆ ਜਾਊਗੀ ਆਪਣੇ ਕੋਲ? ਨੈਸ਼ਨਲ ਇਨਕਮ। ਇਸੇ ਤਰ੍ਹਾਂ ਹੀ ਜੇਕਰ ਆਪਾਂ ਨੂੰ ਨੈਸ਼ਨਲ ਇਨਕਮ ਗਿਵਨ ਹੈ, ਆਪ ਨੂੰ ਕਹਿ ਰਹੇ ਨੇ ਡੋਮੈਸਟਿਕ ਇਨਕਮ ਕੱਢੋ ਕਿ ਸਿਰਫ ਆਪਣੀ ਕੰਟਰੀ ਦੀ ਇਨਕਮ ਨਿਕਾਲੋ, ਤਾਂ ਆਪਾਂ ਕੀ ਕਰਾਂਗੇ? ਜਿਹੜੀ ਆਪਣੀ ਨੈਸ਼ਨਲ ਇਨਕਮ ਹੈ ਉਹਦੇ ਵਿੱਚੋਂ ਆਪਾਂ ਨੈਟ ਫੈਕਟਰ ਇਨਕਮ ਫਰੋਮ ਅਬਰੋਡ ਨੂੰ ਮਾਈਨਸ ਕਰ ਦਾਂਗੇ ਤਾਂ ਆਪਣੇ ਕੋਲ ਆਪਣੀ ਕੰਟਰੀ ਦੀ ਇਨਕਮ ਆ ਜਾਏਗੀ। ਨੈਚੁਰਲੀ ਗੱਲ ਹੈ ਨਾ। ਹੁਣ ਜਿਵੇਂ ਤੁਹਾਨੂੰ ਕਹਿ ਰਹੇ ਨੇ 11th ਕਲਾਸ ਹੈ ਤੇ 12th ਕਲਾਸ ਹੈ, ਆਪਣੇ ਸਕੂਲ ਵਿੱਚ ਦੋ ਹੀ ਕਲਾਸਿਸ ਨੇ, 11th ਤੇ 12th। 11th ਦੇ ਵਿੱਚ ਕਹਿੰਦੇ ਕਿੰਨੇ ਬੱਚੇ ਨੇ? 100। 12th ਕਲਾਸ ਦੇ ਵਿੱਚ ਕਿੰਨੇ ਨੇ? 50। ਹੁਣ ਜੇ ਤੁਹਾਨੂੰ ਪੁੱਛਿਆ ਜਾਵੇ ਕਿ ਇਕੱਲੇ 11th ਕਲਾਸ ਦੇ ਕਿੰਨੇ ਸਟੂਡੈਂਟਸ ਨੇ, ਤੁਸੀਂ ਕਹੋਗੇ 100 ਸਟੂਡੈਂਟਸ ਨੇ। ਹੁਣ ਜੇ ਮੈਂ ਤੁਹਾਨੂੰ ਕਿਹਾ ਜਾਵੇ ਕਿ ਟੋਟਲ ਕਿੰਨੇ ਸਟੂਡੈਂਟਸ ਨੇ, ਫਿਰ ਤੁਸੀਂ ਕੀ ਕਰੋਗੇ? 100 + 50, ਯਾਨੀ ਕਿ 11th ਦੇ ਵਿੱਚ 12th ਕਲਾਸ ਨੂੰ ਕੀ ਕਰ ਦੋਗੇ? ਜੋੜ ਦੋਗੇ। ਐਵੇਂ ਇਹ ਹੈ। ਡੋਮੈਸਟਿਕ ਇਨਕਮ ਪਤਾ ਹੈ, ਨੈਸ਼ਨਲ ਇਨਕਮ ਕਰਨੀ ਹੈ ਤਾਂ ਨੈਟ ਫੈਕਟਰ ਇਨਕਮ ਫਰੋਮ ਅਬਰੋਡ ਨੂੰ ਕੀ ਕਰ ਦੋਗੇ? ਪਲੱਸ ਕਰ ਦੋਗੇ। ਨੈਸ਼ਨਲ ਤੋਂ ਡੋਮੈਸਟਿਕ ਜਾਣਾ ਤਾਂ ਮਾਈਨਸ ਕਰ ਦੋਗੇ। ਜੇ ਮੈਂ ਤੁਹਾਨੂੰ ਕਹਾਂ ਕਿ ਇਕੱਲੀ 12th ਕਲਾਸ ਦੀ ਇਨਕਮ ਚਾਹੀਦੀ ਹੈ ਮੈਨੂੰ, ਜੋ ਸਟੂਡੈਂਟਸ ਚਾਹੀਦੇ ਨੇ, ਤਾਂ 100 ਦੇ ਵਿੱਚੋਂ 50 ਮਾਈਨਸ ਕਰ ਦਾਂਗੇ, ਠੀਕ ਹੈ, ਅਤੇ ਆਪਣੇ ਕੋਲ ਆ ਜਾਏਗੀ। ਕਲੀਅਰ? ਇਸ ਤਰ੍ਹਾਂ। ਹੁਣ ਕੀ ਹੁੰਦਾ ਜੇਕਰ ਨੈਟ ਫੈਕਟਰ ਇਨਕਮ ਆਪ ਨੂੰ ਗਿਵਨ ਹੈ ਫਿਰ ਤਾਂ ਠੀਕ ਹੈ, ਜੇਕਰ ਆਪ ਨੂੰ ਨਹੀਂ ਗਿਵਨ ਨੈਟ ਫੈਕਟਰ ਇਨਕਮ ਫਰੋਮ ਅਬਰੋਡ ਆਪ ਨੂੰ ਨਹੀਂ ਗਿਵਨ ਤਾਂ ਤੁਸੀਂ ਉਹਨੂੰ ਕਿਵੇਂ ਕੱਢੋਗੇ? ਐਕਸਪੋਰਟ ਮਾਈਨਸ ਇੰਪੋਰਟ।
ਮੋਸਟਲੀ ਗਿਵਨ ਨਹੀਂ ਹੁੰਦੀ। ਆਪ ਨੂੰ ਤੁਹਾਨੂੰ ਐਕਸਪੋਰਟ ਗਿਵਨ ਹੋਣਗੇ ਤੇ ਇੰਪੋਰਟ ਗਿਵਨ ਹੋਣਗੇ। ਫਿਰ ਤੁਸੀਂ ਐਕਸਪੋਰਟ ਦੇ ਵਿੱਚੋਂ ਇੰਪੋਰਟ ਮਾਈਨਸ ਕਰਨੀ ਹੈ। ਗਲਤੀ ਨਹੀਂ ਕਰਨੀ, ਐਕਸਪੋਰਟ ਦੇ ਵਿੱਚੋਂ ਇੰਪੋਰਟ ਮਾਈਨਸ ਕਰਨਾ ਹੈ। ਬੱਚੇ ਕੀ ਕਰਦੇ ਨੇ, ਇੰਪੋਰਟ ਵਿੱਚੋਂ ਐਕਸਪੋਰਟ ਮਾਈਨਸ ਕਰ ਦਿੰਦੇ ਨੇ, ਫਿਰ ਤੁਹਾਡੇ ਸਿੰਬਲ ਦੀ ਮਾਈਨਸ ਪਲੱਸ ਦੀ ਪ੍ਰੋਬਲਮ ਆ ਜੂਗੀ, ਜਿੰਨਾ ਤੁਹਾਡਾ ਸਾਰਾ ਸਮ ਗਲਤ ਹੋ ਜਾਏਗਾ। ਠੀਕ ਹੈ, ਸਿਰਫ ਇੱਥੇ ਸਿੰਬਲਸ ਦੀ ਹੀ ਮੇਨ ਹੈ। ਪਲੱਸ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਜਿੱਥੇ ਪਲੱਸ ਵੱਧ ਕਰਤਾ, ਇੱਕ ਮਾਈਨਸ ਵੱਧ ਕਰਤਾ, ਉੱਥੇ ਤੁਹਾਡਾ ਸਾਰਾ ਸਮ ਗਲਤ ਹੋ ਜਾਣਾ। ਹੁਣ ਕੁਛ ਵੀ ਨਹੀਂ ਹੈਗਾ ਇਸ ਸਮ ਦੇ ਵਿੱਚ, ਸਿਰਫ ਪਲੱਸ ਮਾਈਨਸ ਹੀ ਕਰਨੀ ਹੈ, ਕੁਛ ਨਿਕਾਲਣਾ ਨਹੀਂ। ਤੁਹਾਨੂੰ ਸਾਰਾ ਕੁਛ ਗਿਵਨ ਹੋਏਗਾ, ਬਸ ਤੁਹਾਨੂੰ ਫਾਰਮੂਲੇਜ਼ ਆਉਂਦੇ ਹੋਣਗੇ। ਬਸ ਤੁਸੀਂ ਦੇਖਣਾ ਕਿ ਕਿਹੜੀ ਚੀਜ਼ ਪਲੱਸ ਕਰਨੀ ਹੈ, ਕਿਹੜੀ ਚੀਜ਼ ਕੀ ਕਰਨੀ ਹੈ, ਮਾਈਨਸ ਕਰਨੀ ਹੈ। ਨੈਟ ਫੈਕਟਰ ਇਨਕਮ ਫਰੋਮ ਅਬਰੋਡ ਕਿਵੇਂ ਕੱਢੋਗੇ, ਐਕਸਪੋਰਟ ਮਾਈਨਸ ਇੰਪੋਰਟ। ਜਾਂ ਗਿਵਨ ਹੁੰਦਾ ਵਾ ਨੈਟ ਫੈਕਟਰ ਇਨਕਮ ਫਰੋਮ ਅਬਰੋਡ ਤੇ ਨੈਟ ਫੈਕਟਰ ਇਨਕਮ ਟੂ ਅਬਰੋਡ, ਯਾਨੀ ਕਿ ਨੈਟ ਨਹੀਂ ਹੁੰਦੀ, ਆਪ ਨੂੰ ਕੀ ਗਿਵਨ ਹੁੰਦਾ, ਫੈਕਟਰ ਇਨਕਮ ਫਰੋਮ ਐਬਰੋਡ ਤੇ ਫੈਕਟਰ ਇਨਕਮ ਟੂ ਅਬਰੋਡ, ਜਾਂ ਇਹ ਗਿਵਨ ਹੁੰਦਾ। ਠੀਕ ਹੈ, ਲੇਕਿਨ ਆਪ ਨੂੰ ਤਾਂ ਕੀ ਚਾਹੀਦੀ ਹੈ, ਨੈਟ ਫੈਕਟਰ ਇਨਕਮ ਫਰੋਮ ਅਬਰੋਡ ਚਾਹੀਦੀ ਹੈ ਨਾ। ਗਿਵਨ ਕੀ ਹੁੰਦੀ ਹੈ ਤੁਹਾਨੂੰ, ਫੈਕਟਰ ਇਨਕਮ ਫਰੋਮ ਅਬਰੋਡ, ਫੈਕਟਰ ਇਨਕਮ ਟੂ ਅਬਰੋਡ। ਤਾਂ ਤੁਸੀਂ ਕੀ ਕਰੋਗੇ, ਫਰੋਮ ਦੇ ਵਿੱਚੋਂ ਟੂ ਨੂੰ ਮਾਈਨਸ ਕਰ ਦੋਗੇ, ਯਾਨੀ ਕਿ ਫੈਕਟਰ ਇਨਕਮ ਫਰੋਮ ਅਬਰੋਡ ਮਾਈਨਸ ਫੈਕਟਰ ਇਨਕਮ ਟੂ ਅਬਰੋਡ। ਠੀਕ ਹੈ, ਐਂ ਕਰੋਗੇ ਤਾਂ ਤੁਹਾਡੇ ਕੋਲ ਨੈਟ ਫੈਕਟਰ ਇਨਕਮ ਫਰੋਮ ਅਬਰੋਡ ਆ ਜਾਏਗੀ। ਦੋ ਤਰੀਕੇ ਨੇ ਕੱਢਣ ਦੇ, ਕਈ ਵਾਰ ਗਿਵਨ ਹੀ ਹੁੰਦੀ ਹੈ, ਨਹੀਂ ਗਿਵਨ ਤਾਂ ਐਕਸਪੋਰਟ ਤੇ ਇੰਪੋਰਟ ਗਿਵਨ ਹੋਣਗੇ, ਉਹ ਲੈ ਲੈਣੀ ਹੈ। ਨਹੀਂ ਗਿਵਨ ਹੋਏਗਾ ਤਾਂ ਫੈਕਟਰ ਇਨਕਮ ਫਰੋਮ ਅਬਰੋਡ ਤੇ ਫੈਕਟਰ ਇਨਕਮ ਟੂ ਅਬਰੋਡ ਗਿਵਨ ਹੋਏਗਾ, ਉਹਦੇ ਨਿਕਾਲ ਲੈਣਾ ਹੈ। ਜੇ ਕੁਛ ਵੀ ਨਹੀਂ ਗਿਵਨ ਤਾਂ ਤੁਸੀਂ ਇਹਨੂੰ ਜ਼ੀਰੋ ਜ਼ੂਮ ਕਰ ਲਓਗੇ। ਸਪੋਜ਼ ਕਈ ਵਾਰ ਕੀ ਹੁੰਦਾ ਹੈ, ਕੱਲੇ ਐਕਸਪੋਰਟ ਗਿਵਨ ਹੈ, ਇੰਪੋਰਟ ਨਹੀਂ ਗਿਵਨ, ਤਾਂ ਇੰਪੋਰਟ ਨੂੰ ਤੁਸੀਂ ਫਿਰ ਕੀ ਕਰ ਲਓਗੇ, ਜ਼ੀਰੋ ਜ਼ੂਮ ਕਰ ਲਓਗੇ। ਜਾਂ ਇੰਪੋਰਟ ਗਿਵਨ ਹੈ, ਐਕਸਪੋਰਟ ਨਹੀਂ ਗਿਵਨ, ਠੀਕ ਹੈ, ਨੈਟ ਫੈਕਟਰ ਇਨਕਮ ਫਰੋਮ ਅਬਰੋਡ ਕੱਢਣੀ ਹੈ, ਤਾਂ ਉਹਨੂੰ ਤੁਸੀਂ ਕੀ ਜ਼ੂਮ ਕਰ ਲਓਗੇ, ਜ਼ੀਰੋ। ਕਲੀਅਰ। ਚਲੋ ਹੁਣ ਆਪਾਂ ਇੱਕ ਟੇਬਲ ਕਰਦੇ ਹਾਂ। ਤੁਸੀਂ ਹੁਣ ਤੁਹਾਡੀ ਬੁੱਕ 'ਤੇ ਜੋ ਕਰਵਾ ਰਹੀ ਸਾਰਾ ਤੁਹਾਡੀ ਬੁੱਕ ਦੇ ਵਿੱਚ ਹੈ, ਪਰ ਜਿਹੜੀ ਮਰਜ਼ੀ ਬੁੱਕ ਲੈ ਲਓ, ਸਾਰਾ ਕੁਛ ਤੁਹਾਡੀ ਬੁੱਕ ਦੇ ਵਿੱਚ ਉਲਟ ਪੁਲਟ ਹੋਏਗਾ, ਕਿਉਂਕਿ ਮੈਂ ਆਪਣੇ ਅਕੋਰਡਿੰਗ ਕਰਾ ਰਹੀ ਹਾਂ, ਜਿਵੇਂ ਮੈਨੂੰ ਠੀਕ ਲੱਗੇ, ਤੁਹਾਨੂੰ ਈਜ਼ਲੀ ਸਮਝ ਆ ਜਾਏਗਾ। ਸਾਰੇ ਬੁੱਕ ਦੇ ਵਿੱਚ ਟੌਪਿਕ ਹੈਗੇ ਨਹੀਂ, ਬਸ ਜਿਵੇਂ ਮੈਂ ਕਰਵਾਉਂਦੀ ਜਾ ਰਹੀ, ਜਿਹੜੇ ਮੈਂ ਟੌਪਿਕ ਕਰਦੀ ਜਾ ਰਹੀ ਹਾਂ, ਉਹ ਸਾਰੇ ਬੁੱਕ ਦੇ ਵਿੱਚ ਹੈਗੇ, ਤੁਸੀਂ ਉਵੇਂ ਉਵੇਂ ਕਰਦੇ ਜਾਓ। ਠੀਕ ਹੈ, ਕਿਉਂਕਿ ਜਿਵੇਂ ਜਿੰਨੇ ਕੁ ਤੁਹਾਨੂੰ ਜ਼ਰੂਰਤ ਹੈ ਉਵੇਂ ਕਿੰਨਾ ਕੁ ਮੈਂ ਕਰਵਾ ਰਹੀ ਹਾਂ, ਅਤੇ ਇੱਕੋ ਇੱਕ ਕੰਸੈਪਟ ਕਰਵਾਉਂਗੀ, ਪਰ ਮੈਂ ਆਪਣੇ ਅਕੋਰਡਿੰਗ ਕਰਵਾਉਂਦੀ ਜਾਊਂਗੀ। ਬਾਅਦ ਵਿੱਚ ਤੁਸੀਂ ਚਾਹੇ ਬੁੱਕ ਦੇ ਨਾਲ ਟੈਲੀ ਕਰ ਲਿਓ, ਤੁਹਾਡੇ ਕੋਲ ਸਾਰੇ ਟੌਪਿਕ ਤੁਹਾਡੇ ਹੋ ਜਾਣਗੇ। ਠੀਕ ਹੈ, ਹੁਣ ਦੇਖੋ ਆਪ ਨੂੰ ਪਤਾ ਹੈ GDP MP ਗਿਵਨ ਹੈ। ਠੀਕ ਹੈ, ਆਪਾਂ ਪ੍ਰੈਕਟਿਸ ਕਰਦੇ ਹਾਂ, ਪਰ ਤੁਹਾਨੂੰ ਤੁਸੀਂ ਨਿਕਾਲਣੀ ਕੀ ਚੀਜ਼ ਹੈ, GDP FC। ਠੀਕ ਹੈ, ਜਾਂ ਤੁਸੀਂ GNP at FC ਜਾਂ GNPA ਨਿਕਾਲੀ। ਠੀਕ ਹੈ, ਇਹ ਚਾਰ ਚੀਜ਼ਾਂ ਨੇ, ਗ੍ਰੋਸ ਡੋਮੈਸਟਿਕ ਪ੍ਰੋਡਕਟ ਐਟ ਮਾਰਕੀਟ ਪ੍ਰਾਈਸ, gross domestic product at factor cost, gross national product at factor cost, gross national product at market price। ਇਹਨੂੰ ਮੈਂ ਪੜ੍ਹਨਾ। ਹੁਣ ਕੀ ਇਹ ਲਿਖਣ ਦਾ ਮਤਲਬ ਕੀ ਹੈ, ਤੁਹਾਨੂੰ ਪਤਾ ਕੀ ਗਿਵਨ ਹੈ, ਤੁਹਾਨੂੰ ਗਿਵਨ ਹੈ gross domestic product at market price ਗਿਵਨ ਹੈ, ਕਹਿੰਦੇ gross domestic product at factor cost ਕੱਢੋ। ਹੁਣ ਤੁਹਾਨੂੰ ਸਾਰਾ ਕੁਛ ਦੱਸਤਾ ਨਾ। ਦੇਖੋ ਕੀ ਹੁੰਦਾ ਵੈ, ਜਿਵੇਂ GDP MP ਇਹ ਗਿਵਨ ਹੈ, ਕੱਢਣਾ ਕੀ ਹੈ, GDP FC, ਆਹ ਚੀਜ਼ ਕੱਢਣੀ ਹੈ। ਆਹ ਸੇਮ ਹੈ, ਕੁਛ ਵੀ ਨਹੀਂ ਕਰਨਾ। ਇਹ ਵੀ ਸੇਮ ਹੈ, ਐਂ ਦੇਖ ਲਿਆ ਕਰੋ, ਕੁਛ ਨਹੀਂ ਕਰਨਾ। ਇਹ ਵੀ ਸੇਮ ਹੈ, ਕੱਲੀ ਪ੍ਰੋਬਲਮ ਇਹਦੇ ਵਿੱਚ ਆ ਗਈ, ਯਾਨੀ ਕਿ ਤੁਹਾਨੂੰ ਆਹ ਚੀਜ਼ ਚਾਹੀਦੀ ਹੈ, ਆਹ ਮਿਲ ਦਿੱਤੀ ਹੋਈ ਹੈ। ਮਾਰਕੀਟ ਪ੍ਰਾਈਸ ਤੋਂ ਜੇ ਫੈਕਟਰ ਕੋਸਟ ਜਾਣਾ ਹੁੰਦਾ ਤਾਂ ਤੁਹਾਨੂੰ ਦੱਸਿਆ ਸੀ ਨਾ ਕੀ ਕਰਨਾ ਹੈ। ਜੇਕਰ ਮਾਰਕੀਟ ਤੋਂ ਫੈਕਟਰ ਕੋਸਟ ਜਾਣਾ ਹੈ ਤਾਂ ਨੈਟ ਇਨਡਾਇਰੈਕਟ ਟੈਕਸਿਸ ਨੂੰ ਕੀ ਕਰ ਦਿਓ, ਮਾਈਨਸ ਕਰ ਦਿਓ, ਸਿੰਪਲ। ਯਾਨੀ ਕਿ ਜਦੋਂ ਤੁਸੀਂ ਇੱਥੋਂ ਤੋਂ ਇੱਥੇ ਆਉਣਾ ਹੈ, ਗ੍ਰੋਸ ਡੋਮੈਸਟਿਕ ਪ੍ਰੋਡਕਟ ਐਟ ਮਾਰਕੀਟ ਪ੍ਰਾਈਸ ਤੋਂ ਗ੍ਰੋਸ ਡੋਮੈਸਟਿਕ ਪ੍ਰੋਡਕਟ ਫੈਕਟਰ ਕੋਸਟ 'ਤੇ ਆਉਣਾ ਹੈ, ਤਾਂ ਨੈਟ ਇਨਡਾਇਰੈਕਟ ਟੈਕਸਿਸ ਨੂੰ ਕੀ ਕਰਨਾ ਵੈ, ਮਾਈਨਸ ਕਰਨਾ। ਹੋ ਗਿਆ। ਹੁਣ ਸਪੋਜ਼ ਤੁਹਾਨੂੰ ਗ੍ਰੋਸ ਡੋਮੈਸਟਿਕ ਪ੍ਰੋਡਕਟ ਐਟ ਫੈਕਟਰ ਕੋਸਟ ਗਿਵਨ ਹੈ, ਤੁਸੀਂ ਨਿਕਾਲਣਾ ਕੀ ਹੈ, GNPFC। ਕਲੀਅਰ। GDP ਗਿਵਨ ਹੈ, ਹੁਣ ਨਿਕਾਲਣੀ ਕੀ ਚੀਜ਼ ਹੈ, ਆਵਲੀ। ਆਹ ਦੋਵੇਂ ਚੀਜ਼ਾਂ ਸੇਮ ਨੇ, ਕੋਈ ਪ੍ਰੋਬਲਮ ਨਹੀਂ। ਇਹਦੇ ਵਿੱਚ ਪ੍ਰੋਬਲਮ ਹੈ, ਸੇਮ ਨਹੀਂ ਨਾ। ਡੋਮੈਸਟਿਕ ਤੋਂ ਨੈਸ਼ਨਲ ਜਾਣਾ ਹੈ, ਡੋਮੈਸਟਿਕ ਤੋਂ ਨੈਸ਼ਨਲ ਜਾਣ ਲਈ ਕੀ ਕਰਨਾ ਪੈਂਦਾ ਵੈ, ਕੀ ਕਰਨਾ ਪਊਗਾ ਡੋਮੈਸਟਿਕ ਤੋਂ ਨੈਸ਼ਨਲ ਜਾਣ ਦੇ ਲਈ? ਆਪ ਨੂੰ ਨੈਟ ਫੈਕਟਰ ਇਨਕਮ ਫਰੋਮ ਅਬਰੋਡ ਕੀ ਕਰਾਂਗੇ, ਪਲੱਸ ਕਰਾਂਗੇ। ਹੁਣ ਉਸ ਤੋਂ ਬਾਅਦ PP ਸੇਮ ਹੈ, FC ਕੀ ਹੈ, ਸੇਮ ਹੈ, ਬਸ। ਯਾਨੀ ਕਿ GDP FC ਜੇ ਗਿਵਨ ਹੈ ਤਾਂ ਤੁਸੀਂ ਨਿਕਾਲਣੀ ਕੀ ਹੈ, GNPFC ਨਿਕਾਲਣੀ ਹੈ। ਸਿਰਫ D ਤੇ NN ਇਨ ਦੋਵਾਂ ਦੀ ਚੀਜ਼ਾਂ ਦਾ ਗੈਪ ਹੈ। ਡੋਮੈਸਟਿਕ ਤੋਂ ਕਿੱਥੇ ਜਾਣਾ ਵੈ, ਨੈਸ਼ਨਲ। ਡੋਮੈਸਟਿਕ ਤੋਂ ਨੈਸ਼ਨਲ ਜਾਣਾ ਵੇ ਤਾਂ ਤੁਹਾਨੂੰ ਹੁਣੇ ਦੱਸਿਆ ਸੀ ਮੈਂ, ਨੈਟ ਫੈਕਟਰ ਇਨਕਮ ਫਰੋਮ ਅਬਰੋਡ ਨੂੰ ਕੀ ਕਰ ਦੇਣਾ, ਪਲੱਸ ਕਰ ਦੇਣਾ। ਗਿਵਨ ਹੋਏਗੀ ਕਿ ਆਹ ਕਿੰਨੀ ਹੈ, 1000 ਦੇ ਵਿੱਚ ਗਿਵਨ ਹੋਏਗੀ। ਨੈਟ ਫੈਕਟਰ ਇਨਕਮ ਵੀ ਗਿਵਨ ਹੋਏਗੀ ਕਿੰਨੀ ਹੈ, ਬਸ ਤੁਸੀਂ ਉਹਨੂੰ ਐਡ ਕਰ ਦੇਣਾ ਜਿੰਨੀ ਵੀ ਗਿਵਨ ਹੋਏਗੀ। ਆ ਗਈ ਸਮਝ। ਹੁਣ ਅੱਗੇ ਇੱਧਰ ਚੱਲਦੇ ਹਾਂ ਟੇਬਲ 'ਤੇ। ਆਪ ਨੂੰ ਕਹਿੰਦੇ ਨੇ
GNP कड्डो एट फैक्टर कोस्ट गिवन है, निकालनी की आप GNP मार्केट प्राइस, इतने फिर इतने कर ली छोड़ो। GNP फैक्टर कोस्ट गिवन है, निकालनी आप GNP मार्केट प्राइस। ये भी सेम है, ये भी सेम है, ये भी सेम है। फैक्टर तो मार्केट जाना है, जो फैक्टर तो मार्केट जाना होंगे उदों आप की करते हैं प्लस करते हैं नैट इनडायरैक्ट टैक्सिस। जाने कि आ चीज़ जो गिवन हो आ चीज़ निकालनी है, कुछ भी नहीं करना, करना की है नैट इनडायरैक्ट टैक्सिस की कर देना है प्लस कर देना है। ग्रोस नैशनल प्रोडक्ट तो फैक्टर कोस्ट गिवन है, ग्रोस नैशनल प्रोडक्ट एट मार्केट प्राइस से जाना वै, फैक्टर कोस्ट से मार्केट प्राइस का चेंज है, फैक्टर तो मार्केट जाना हो तो की करना है नैट इनडायरैक्ट टैक्सिस की कर देने हैं प्लस। बस ये याद कर लो, रट लो बस। हुण अगे की आ गया, वाली चीज़ आएगी एक ग्रोस नैशनल प्रोडक्ट एट मार्केट प्राइस गिवन है, आप निकालनी है ग्रोस डोमैसटिक प्रोडक्ट एट मार्केट प्राइस। जिवें इत्थे देखते हैं आप निकालनी है GDP-MP। आ भी सेम है, ये भी सेम है, ये भी सेम है, कली की है नैशनल तो डोमैसटिक जाना है, यानी कि नैशनल इनकम गिवन है, डोमैसटिक इनकम निकालनी है तो की माइनस करांगे नैट फैक्टर इनकम फ्रॉम अब्रोड नूं की कर देंगे माइनस। बस माइनस कर दो नैट फैक्टर इनकम फ्रॉम अब्रोड की कर दो माइनस कर दो, तो तुहाडे कोल की आ जूगी GDP-MP। समझ आ गई? आ टेबल तो समझ आ गई होएगी। एक टेबल होर करवानी है फिर चंगी तरह समझ आ जाएगी। हाँ जी, एक टेबल होर करते हैं, बाकी तुसी प्रैक्टिस करो, तुहाडी बुक दे विच काफ़ी कुछ है, प्रैक्टिस करो। एक टेबल होर बना लेने आप NDP-MP, इत्थे लिख लेने आप NDP-FC, इत्थे लिख लेने आप NNP-FC, इत्थे लिख लेने आप NNP-MP। क्लीयर? चलो पहला आप करते हैं NDP मार्केट प्राइस, पूरा ही बोल दिया तुम समझ आ जूगी। नैट डोमैसटिक प्रोडक्ट एट फैक्टर कोस्ट निकालनी है, ठीक है, ये चीज़ निकालनी है, यानी कि नैट डोमैसटिक प्रोडक्ट फैक्टर मार्केट प्राइस गिवन है, निकालनी है आप नैट डोमैसटिक प्रोडक्ट फैक्टर कोस्ट निकालनी है। ये भी सेम है, ये भी सेम है, ये भी सेम है, इत्थे प्रॉब्लम आ गई। मार्केट प्राइस तो फैक्टर कोस्ट जाना है तो की माइनस करांगे आप नैट इनडायरैक्ट टैक्सिस, माइनस कर दो नैट इनडायरैक्ट टैक्सिस आ जाएगा। हुण एवं इत्थे NDP फैक्टर कोस्ट गिवन है, निकालना की आप नैट नैशनल प्रोडक्ट एट फैक्टर कोस्ट। स्टार्टिंग दे विच ग्रोस या नैट होएगा, सेंटर दे विच हुंदा डोमैसटिक, PP तो ये हमेशा सेम ही होंदी है, कोई प्रॉब्लम नहीं पी दी तो इत्थे फैक्टर कोस्ट या मार्केट प्राइस हुंदा, ये याद कर लो। N सेम है, डोमैसटिक तो नैशनल जाना है, डोमैसटिक तो नैशनल जाना तो प्लस करांगे, की प्लस करांगे नैट फैक्टर इनकम फ्रॉम अब्रोड की कर देंगे प्लस। PP सेम है, FF सेम है, कुछ भी नहीं करना। चलो हुण अगे आ जाओ। NNP नैट नैशनल प्रोडक्ट एट फैक्टर प्राइस गिवन है, तुहानूं निकालने लिए किया गया है नैट नैशनल प्रोडक्ट एट मार्केट प्राइस। सारा कुछ सेम है, कित्थे प्रॉब्लम आ गई? फैक्टर कोस्ट तो मार्केट प्राइस जाना है, जो फैक्टर तो मार्केट जाना होंदा है उदों की करते हैं आप प्लस करते होंगे, की प्लस करते हैं नैट इनडायरैक्ट टैक्सिस नूं की करांगे प्लस करांगे। बस ये याद रखना है, कई बार तुसीं कन्फ्यूज हो जाओ माइनस कर दोगे सम गलत हो जाऊगा। बस स्टेटमेंट सारा कुछ गिवन होएगा, बस तुसीं प्लस माइनस करनी है। क्लीयर? एक सम दूंगी उस तो बाद। हुण की है नैट नैशनल प्रोडक्ट एट मार्केट प्राइस गिवन है, निकालना है तुसीं NDP-MP। ये भी सेम है, MMP मार्केट प्राइस गिवन है, प्रोडक्ट सेम है, नैट तो नैट सेम है, नैशनल तो डोमैसटिक जाना है, नैशनल तो डोमैसटिक जाने लिए माइनस करांगे नैट फैक्टर इनकम फ्रॉम अब्रोड नूं की कर दो माइनस कर दो, तुहाडे कोल NDP-MP आ जाएगा। क्लीयर? चलो हुण आपां एक स्टेटमेंट लईए, तुहानूं स्टेटमेंट हुण आऊगी किवें? तुहानूं कहंदे ने NDP-MP जिहड़ी वो हैगी है 10,000, ठीक है, 10,000 गिवन है, तो नाल तुहानूं दिता गया है नैट इनडायरैक्ट टैक्सिस गिवन ने 200, तो तुहानूं कहंदे ने कैलकुलेट करो तुसी NDP-FC। पहला फॉर्मूला लिखो, NDP-FC जिहड़ी चीज़ कैलकुलेट करनी होंदी है हमेशा लैफ्ट साइड ते आती है, जिहड़ी चीज़ गिवन होंदी है वो राइट साइड ते होंदी है, इन्ना तो तुहानूं पता होएगा। NDP-FC निकालनी है, इहदे लई तुहानूं गिवन की चीज़ है, आह चीज़ गिवन है NDP मार्केट प्राइस दे विचों की माइनस कर दोगे कि फैक्टर कोस्ट आ जाए, माइनस करोगे नैट इनडायरैक्ट टैक्सिस। NDP-MP गिवन है 10,000, नैट इनडायरैक्ट टैक्सिस गिवन है 2,000, बस
माइनस कर दो, कुछ भी नहीं करना। इस तरह तुहानूं वैल्यूज़ गिवन होणगियां, फॉर्मूला अप्लाई करके माइनस कर देना बस। ठीक है, चलो हुण तुहानूं एक सम होर दसदी मैं। NDP-MP गिवन है 10,000 ही लै लैंदे चलो। ठीक है, नैट इनडायरैक्ट टैक्सिस भी गिवन है तुहानूं 2,000। नैट फैक्टर इनकम फ्रॉम अबरोड गिवन है तुहानूं कितनी गिवन है 1,000 ला लो चलो। क्लीयर। तो डेप्रीसीएशन गिवन है, डेप्रीसीएशन गिवन है तुहानूं 1,000। ठीक है, ये तुहानूं गिवन है। तो तुहानूं क्या गया, तुसीं निकालो, कैलकुलेट करना है आपां ग्रोस नैशनल प्रोडक्ट एट फैक्टर कोस्ट, GNPFC निकालनी है। ठीक है, गिवन की है हुण तुहानूं NDP-MP 10,000 पे गिवन है। चलो की चीज़ गिवन है आपनूं निकालनी की है, पहले तो आ लिखो GNPFC निकालनी है। गिवन है तुहानूं NDP-MP, ये गिवन है। पहला तो ग्रोस तो नैट जाना है, तो डेप्रीसीएशन की करना पऊगा माइनस। नैशनल तो डोमैसटिक जाना है, नैशनल इनकम गिवन है, डोमैसटिक निकालनी है, तो तुसीं की करोगे नैट फैक्टर इनकम फ्रॉम अब्रॉड, ये भी माइनस हो जूगी। अगे PP की है, सेम है, कुछ नहीं करना। अगे FC तो कित्थे जाना है, MP। फैक्टर कोस्ट गिवन है, MP निकालनी है, मार्केट प्राइस निकालनी है, तो प्लस हो जाएंगे। की प्लस हो जाएंगे, नैट इनडायरैक्ट टैक्सिस की कर दोगे, प्लस कर दोगे। ठीक है, इस तरह सारा कुछ आ जाएगा। हुण तुहानूं वैल्यूज़ गिवन है, नैट डोमैसटिक प्रोडक्ट एट मार्केट प्राइस तुहानूं गिवन है 10,000, डेप्रीसीएशन तुहानूं गिवन है 1,000, नैट फैक्टर इनकम फ्रॉम अब्रॉड तुहानूं गिवन है 1,000, नैट इनडायरैक्ट टैक्सिस तुहानूं गिवन है 200। बस ये सारा तुसीं सोल्व कर दोगे, तुहाडा आंसर आ जाएगा 10,000। ये कितना हो गया, 2,000 हो गया, प्लस 2,000, ये दोवें तो आपस में कैंसल ही हो गए। आंसर कितना आ गया तुहाडा 10,000। बस क्लीयर, इस तरह कर लेना। बस जरूरी नहीं कि तुहानूं सिर्फ एक चीज़ चेंज करनी है, तुसीं फैक्टर को तो सारा कुछ चेंज करना पवे। जो सारा कुछ चेंज करना तो सारा कुछ चेंज कर दो। ग्रोस तो नैट जाना है तो डेप्रीसीएशन माइनस कर दो, नैशनल तो डोमैसटिक जाना है तो नैट फैक्टर इनकम फ्रॉम अब्रॉड माइनस कर दो, फैक्टर कोस्ट तो मार्केट प्राइस जाना है तो नैट इनडायरैक्ट टैक्सिस की करनी है, प्लस करनी है। बस तुहानूं पता होना चाहिए कि जो मार्केट तो फैक्टर जाना है, बस ये होना चाहिए कि मार्केट प्राइस आ गई तो चेंज किहदे नाल होएगी, फैक्टर नाल। ग्रोस किहदे नाल चेंज होएगी, नैट नाल। डोमैसटिक किहदे नाल चेंज होएगी, नैशनल नाल। पर हुण तुसीं ये देखना है कि जेकर मार्केट तो फैक्टर कोस्ट जाना है तो किहदे विच चेंजिस आऊगा, नैट इनडायरैक्ट टैक्सिस दे विच। कि हुण MP तो जो फैक्टर कोस्ट जाना है तो नैट इनडायरैक्ट टैक्सिस माइनस करने या प्लस करने, ये तिन्नां दे विच ही होएगा काम। नैट इनडायरैक्ट टैक्सिस इन्हां विच कोई रोल नहीं हैगा। ग्रोस तो जो नैट जाना है तो किंदा रोल आ जाएगा, डेप्रीसीएशन का। हुण ये तुसीं देखना है कि जे ग्रोस तो नैट जाना है तो डेप्रीसीएशन माइनस करना या प्लस करना, माइनस करना। डोमैसटिक ते नैशनल दे विच की आ जाऊगा, नैट फैक्टर इनकम फ्रॉम अब्रॉड। ठीक है, 3, 6 ते 9 आ 9 चीज़ां याद करो, इहदे नाल दे सम निकालो। फिर आपां कल शुरू करांगे मेन तुहाडा मैथड करांगे नैशनल इनकम। क्लीयर, ये तुसीं क्लीयर कर लो, चंगी तरह समझ लो। उस तो बाद फिर आपां शुरू करांगे नैशनल इनकम, क्योंकि उन्हां दे विच सारे काम आउणगे। ये सी तुहाडा बेसिक। ठीक है, ओके। जे कोई डाउट होया तो तुसीं मैनूं मैसेज करके पूछ सकते हो। जे किसी नूं फिर भी नहीं समझ आ रही, ज़्यादा ही डाउट है तो मैं कॉलेज 'च हुन्नी है, सब ने नहीं। जे कोई आना चाहता तो आके मेरे तो पूछ सकता है। ठीक है, मैनूं फ़ोन कर लो, मैसेज कर लो। ओके, जे कोई डाउट होया तो मैनूं पूछ लो, फ़ोन ते सब पूछ लो। ठीक है, मैनूं मैसेज कर दो, मैं वो क्लीयर कर दूँगी। जे कोई कॉलेज आ सकता एक भी तो वो कॉलेज आके मेरे तो पूछ ली। क्लीयर, पर यह ना हो कि सारे तुरे आऊँ कट्ठे ग्रुप दे ग्रुप, ऐ नहीं आना। ठीक है, जे किसी को कोई ज़्यादा ही प्रॉब्लम है तो आ सकता है। ओके, थैंक यू।